ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਦੁਨੀਆ ਦੇ ਅੰਦਰ ਅਨੇਕਾਂ ਨਾਸਤਿਕ ਹੋ ਸਕਦੇ ਆ, ਔਰ ਇਹ ਜਿਹੜੇ ਨਾਸਤਿਕ ਆਦਮੀ ਹੈਗੇ ਆ, ਇਹਨਾਂ ਦੇ ਪਾਸ ਅੱਜ ਤੱਕ ਇੱਕ ਵੀ ਸਬੂਤ ਨਹੀਂ ਆ ਜਿਸ ਸਬੂਤ ਦੇ ਆਧਾਰ ਦੇ ਉੱਤੇ ਇਹ ਦੁਨੀਆ ਨੂੰ ਇਹ ਸੁਨੇਹਾ ਦੇ ਸਕਣ ਕਿ ਪਰਮੇਸ਼ਰ ਨਾਂ ਦੀ ਕੋਈ ਚੀਜ਼ ਨਹੀਂ ਆ। ਪਰ ਅਨੰਤ ਮਹਾਂਪੁਰਖਾਂ ਦੇ ਪਾਸ ਅਨੰਤ ਹੀ ਸਬੂਤ ਆ, ਅਤੇ ਇਹਨਾਂ ਸਬੂਤਾਂ ਦੇ ਆਧਾਰ ਦੇ ਉੱਤੇ ਉਹ ਜਰੇ ਜਰੇ ਵਿੱਚ ਪਰਮਾਤਮਾ ਦੇ ਹੋਣ ਦਾ ਅਹਿਸਾਸ ਦੁਨੀਆ ਨੂੰ ਕਰਾ ਸਕਦੇ ਆ। ਉਹ ਕਹਿ ਸਕਦੇ ਆ ਕਿ ਹਰੇਕ ਕਣ ਕਣ ਦੇ ਅੰਦਰ ਪਰਮਾਤਮਾ ਮੌਜੂਦ ਆ, ਪਰ ਨਾਸਤਿਕ ਅੱਜ ਤੱਕ ਇੱਕ ਵੀ ਗਵਾਹੀ ਕੋਈ ਸੰਸਾਰ ਦੇ ਅੰਦਰ ਪੇਸ਼ ਨਹੀਂ ਕਰ ਸਕੇ। ਸੋ ਇਹੋ ਜਿਹੜੇ ਨਾਸਤਿਕ ਹੁੰਦੇ ਆ, ਜਦ ਕੋਈ ਐਸੀ ਦੁਰਲੱਭ ਘਟਨਾ ਇਹਨਾਂ ਦੇ ਨਾਲ ਵਾਪਰਦੀ ਆ, ਫਿਰ ਹੀ ਅਸਲ ਦੇ ਵਿੱਚ ਇਹਨਾਂ ਨੂੰ ਉਸ ਅਦੁੱਤੀ ਸ਼ਕਤੀ ਦਾ ਪਤਾ ਲੱਗਦਾ ਹੈ, ਜਿਹੜੀ ਸ਼ਕਤੀ ਪੂਰੇ ਬ੍ਰਹਿਮੰਡ ਨੂੰ ਆਪਣੇ ਹੁਕਮ ਦੇ ਵਿੱਚ ਚਲਾਉਂਦੀ ਹੈ। ਸੋ ਦਾਸ ਅੱਜ ਇੱਕ ਇਹੋ ਜਿਹੇ ਨਾਸਤਿਕ ਦਾ ਹੀ ਵਿਚਾਰ, ਉਸ ਦੀ ਆਪਣੀ ਹੱਡ ਬੀਤੀ, ਜੋ ਉਸਨੇ ਸੰਸਾਰ ਦੇ ਵਿੱਚ ਆਪਣੇ ਹੀ ਕਲਮ ਦੇ ਨਾਲ ਲਿਖ ਕੇ ਦੁਨੀਆ ਨੂੰ ਇਹ ਸੁਨੇਹਾ ਦਿੱਤਾ ਕਿ ਆਦਮੀ ਜਦ ਤੱਕ ਭਰਮ ਭੁਲੇਖਿਆਂ ਦਾ ਸ਼ਿਕਾਰ ਰਹਿੰਦਾ ਹੈ, ਉਹ ਆਪਣੇ ਆਪ ਨੂੰ ਬਹੁਤ ਚੁਸਤ ਅਤੇ ਬੜਾ ਅਭਿਮਾਨੀ ਸਮਝਦਾ ਹੈ। ਪਰ ਜਦ ਅਸਲੀਅਤ ਉਸ ਦੇ ਸਾਹਮਣੇ ਆਉਂਦੀ ਆ ਤਾਂ ਫਿਰ ਉਹ ਇਹ ਦੇਖਦਾ ਹੈਗਾ ਕਿ ਜੋ ਅਸਲ ਦੇ ਵਿੱਚ ਦਿਸਦਾ ਹੈ ਉਹ ਹੁੰਦਾ ਨਹੀਂ, ਪਰ ਜੋ ਨਹੀਂ ਦਿਸਦਾ ਅਸਲ ਦੇ ਵਿੱਚ ਉਹ ਹੁੰਦਾ ਹੈਗਾ। ਸੋ ਇਹੋ ਜਿਹੀ ਘਟਨਾ ਅਮਰੀਕਾ ਦੇ ਇੱਕ ਪ੍ਰਸਿੱਧ ਡਾਕਟਰ ਜਿਨ੍ਹਾਂ ਦਾ ਨਾਮ ਮਿਸਟਰ ਮਾਰਕਸ ਹੈ, ਅਤੇ ਇਹ ਜਿਹੜੇ ਡਾਕਟਰ ਆ ਸੰਸਾਰ ਦੇ ਵਿੱਚ ਸਭ ਤੋਂ ਵੱਡੇ ਕੈਂਸਰ ਦੇ ਸਪੈਸ਼ਲਿਸਟ ਹਨ। ਇਹ ਜਿਹੜੇ ਡਾਕਟਰ ਕੈਂਸਰ ਦੇ ਸਪੈਸ਼ਲਿਸਟ ਸੀਗੇ, ਇਹਨਾਂ ਨੇ ਆਪਣੇ ਜੀਵਨ ਦਾ ਇੱਕ ਤਜਰਬਾ ਪੂਰੇ ਸੰਸਾਰ ਦੇ ਵਿੱਚ ਸਾਂਝਾ ਕੀਤਾ ਹੈ। ਸੋ ਇਹ ਦੱਸਦੇ ਸੀਗੇ ਕਿ ਕੋਈ ਸਮਾਂ ਸੀਗਾ ਜਦੋਂ ਮੈਂ ਬਹੁਤ ਵੱਡਾ ਨਾਸਤਿਕ ਸੀਗਾ। ਮੈਂ ਸੰਸਾਰ ਨੂੰ ਅਕਸਰ ਇਹ ਸੁਨੇਹਾ ਦਿੰਦਾ ਹੁੰਦਾ ਸੀਗਾ ਕਿ ਭਾਈ ਰੱਬ ਨਾਂ ਦੀ ਕੋਈ ਚੀਜ਼ ਨਹੀਂ ਹੈ। ਇਹ ਜਿਹੜੇ ਲੋਕ ਰੱਬ ਦੇ ਪਾਸੇ ਲੱਗੇ ਹੋਏ ਆ ਜਾਂ ਪਰਮੇਸ਼ਰ ਦਾ ਨਾਮ ਜਪਦੇ, ਅਸਲ ਦੇ ਵਿੱਚ ਉਹ ਆਪਣਾ ਟਾਈਮ ਬਰਬਾਦ ਕਰ ਰਹੇ ਹੁੰਦੇ ਆ। ਅਤੇ ਮਿਸਟਰ ਮਾਰਕਸ ਦੱਸਦੇ ਹੁੰਦੇ ਸੀਗੇ ਕਿ ਮੈਂ ਲੋਕਾਂ ਨੂੰ ਆਮ ਤੌਰ 'ਤੇ ਇਹ ਕਹਿੰਦਾ ਹੁੰਦਾ ਸੀਗਾ ਕਿ ਭਾਈ ਅਸਲ ਦੇ ਵਿੱਚ ਆਪਣੀ ਮਿਹਨਤ ਦੇ ਉੱਤੇ ਪੂਰਾ ਯਕੀਨ ਕਰੋ, ਕਿਉਂਕਿ ਕੋਈ ਵੀ ਆਦਮੀ ਅਗਰ ਸੰਸਾਰ ਦੇ ਵਿੱਚ ਵੱਡਾ ਜਾਂ ਉੱਚਾ ਬਣ ਸਕਦਾ ਹੈ, ਉਹ ਕੇਵਲ ਅਤੇ ਕੇਵਲ ਆਪਣੀ ਮਿਹਨਤ ਦੇ ਨਾਲ ਬਣ ਸਕਦਾ ਹੈਗਾ। ਸੋ ਜਿਹੜੇ ਆਦਮੀ ਪਰਮੇਸ਼ਰ ਦਾ ਓਟ ਆਸਰਾ ਲੈਂਦੇ ਆ, ਪਰਮੇਸ਼ਰ ਨਾਂ ਦੀ ਸੰਸਾਰ ਦੇ ਵਿੱਚ ਕੋਈ ਚੀਜ਼ ਨਹੀਂ ਆ, ਉਹ ਆਦਮੀ ਭੁਲੇਖੇ ਦੇ ਸ਼ਿਕਾਰ ਦੇ ਵਿੱਚ ਆਪਣਾ ਜੀਵਨ ਇਸੇ ਤਰ੍ਹਾਂ ਬਤੀਤ ਕਰ ਦਿੰਦੇ ਆ। ਕਹਿੰਦੇ ਇਹੋ ਜਿਹੀਆਂ ਜਿਹੜੀਆਂ ਵਿਚਾਰਾਂ ਸੀਗਾ ਮੈਂ ਆਮ ਡਾਕਟਰ ਦੀਆਂ ਸਭਾਵਾਂ ਵਿੱਚ ਲੋਕਾਂ ਨੂੰ ਦਿੰਦਾ ਹੁੰਦਾ ਸੀ। ਇੱਕ ਵਾਰ ਮਿਸਟਰ ਮਾਰਕਸ ਆਖਦੇ ਆ ਕਿ ਜਦੋਂ ਮੈਂ ਕੈਂਸਰ ਦਾ ਸਪੈਸ਼ਲਿਸਟ ਬਣਿਆ ਸੀਗਾ ਤਾਂ ਫਿਰ ਉਸ ਟਾਈਮ ਇੱਕ ਸਰਕਾਰ ਨੇ ਮੈਨੂੰ ਇੱਕ ਵੱਡਾ ਅਵਾਰਡ ਦੇਣ ਦੀ ਪੇਸ਼ਕਸ਼ ਕੀਤੀ ਸੀ। ਇਹ ਜਿਹੜਾ ਅਵਾਰਡ ਮੈਨੂੰ ਉਸ ਟਾਈਮ ਸਰਕਾਰ ਨੇ ਦੇਣਾ ਸੀਗਾ, ਉਹਦੇ ਵਿੱਚ ਦੁਨੀਆ ਭਰ ਦੇ ਜਿੰਨੇ ਵੀ ਕੈਂਸਰ ਦੇ ਹੋਰ ਮਾਹਰ ਡਾਕਟਰ ਸੀਗੇ ਉਹਨਾਂ ਨੂੰ ਬੁਲਾਇਆ ਗਿਆ ਸੀਗਾ, ਅਤੇ ਉਹਨਾਂ ਦੇ ਵਿੱਚ ਹੀ ਮੈਨੂੰ ਇਸ ਵੱਡੇ ਅਵਾਰਡ ਨਾਲ ਸਨਮਾਨ ਕਰਨਾ ਸੀ। ਸੋ ਮਿਸਟਰ ਮਾਰਕਸ ਆਖਦੇ ਸੀਗੇ ਕਿ ਮੈਂ ਇੱਕ ਫਲੈਟ ਪਕੜ ਕੇ ਕਹਿੰਦੇ ਮੈਂ ਉਸ ਫਲੈਟ ਦੇ ਵਿੱਚ ਬੈਠ ਕੇ ਉਸ ਅਸਥਾਨ ਵੱਲ ਚਲੇ ਗਿਆ ਜਿੱਥੇ ਇਹ ਵੱਡਾ ਸਮਾਰੋਹ ਹੋਣਾ ਸੀਗਾ। ਜਦੋਂ ਕਹਿੰਦੇ ਮੈਂ ਏਅਰਪੋਰਟ 'ਤੇ ਪਹੁੰਚਿਆ, ਉੱਥੋਂ ਦੂਸਰੀ ਫਲਾਈਟ ਕਹਿੰਦੇ ਲੋਕਲ ਫੜਨੀ ਸੀਗੀ ਅਤੇ ਉਸ ਅਸਥਾਨ 'ਤੇ ਜਾਣਾ ਸੀਗਾ, ਪਰ ਏਅਰਪੋਰਟ ਅਧਿਕਾਰੀਆਂ ਨੇ ਮੈਨੂੰ ਦੱਸਿਆ ਕਿ ਜਿਹੜੀ ਦੂਸਰੀ ਫਲਾਈਟ ਆ ਉਹ ਘੱਟੋ ਘੱਟ 10 ਘੰਟੇ ਲੇਟ ਵਾ, ਇਸ ਕਰਕੇ ਤੁਹਾਨੂੰ 10 ਘੰਟੇ ਇੱਥੇ ਬੈਠ ਕੇ ਏਅਰਪੋਰਟ 'ਤੇ ਇੰਤਜ਼ਾਰ ਕਰਨਾ ਪਊਗਾ। ਪਰ ਮਿਸਟਰ ਮਾਰਕਸ ਕਹਿੰਦੇ ਮੈਂ ਸੋਚਣ ਲੱਗਾ ਕਿ ਅਗਰ ਮੈਂ ਇੱਥੇ 10 ਘੰਟੇ ਬੈਠਾ ਰਿਹਾ ਅਤੇ ਫਿਰ ਜਿਹੜਾ ਇਹ ਸਮਾਰੋਹ ਹੈ ਜਿਹਦੇ ਵਿੱਚ ਬਹੁਤ ਸਾਰੇ ਲੋਕ ਅਤੇ ਦੂਰੋਂ ਦੂਰੋਂ ਡਾਕਟਰ ਇਕੱਠੇ ਹੋਏ ਆ, ਮੇਰਾ ਇੰਤਜ਼ਾਰ ਕਰਦੇ ਰਹਿਣਗੇ, ਅਤੇ ਫਿਰ ਕਹਿੰਦੇ ਮੈਂ ਕੀ ਕਰੂੰਗਾ। ਪਰ ਕਹਿੰਦੇ ਫਿਰ ਮੈਂ ਉਹਨਾਂ ਲੋਕਾਂ ਨੂੰ ਪੁੱਛਿਆ ਕਿ ਕੀ ਆਪ ਦੇ ਪਾਸ ਕੋਈ ਮੋਬਾਇਲ ਕਿਸੇ ਦੇ ਪਾਸ ਹੈਗਾ, ਅਤੇ ਫਿਰ ਕਹਿੰਦੇ ਅਧਿਕਾਰੀ ਕਹਿਣ ਲੱਗੇ ਕਿ ਸਾਡੇ ਪਾਸ ਅਜੇ ਮੋਬਾਇਲ ਨਹੀਂ ਆ। ਅਤੇ ਫਿਰ ਕਹਿੰਦੇ ਮੈਂ ਪੁੱਛਿਆ ਕਿ ਅਗਰ ਮੈਂ ਉਸ ਸਥਾਨ 'ਤੇ ਜਾਣਾ ਹੈਗਾ, ਅਗਰ ਬਾਈ ਰੋਡ ਜਾਵਾਂ ਤਾਂ ਕਿੰਨਾ ਸਮਾਂ ਲੱਗੂਗਾ। ਫਿਰ ਕਹਿੰਦੇ ਉਹਨਾਂ ਏਅਰਪੋਰਟ ਅਧਿਕਾਰੀ ਨੇ ਦੱਸਿਆ ਸੀਗਾ ਕਿ ਘੱਟੋ ਘੱਟ ਅਗਰ ਤੁਸੀਂ ਬਾਈ ਰੋਡ ਜਾਓਗੇ ਤਾਂ ਤੁਹਾਨੂੰ 6 ਘੰਟੇ ਲੱਗਣਗੇ। ਫਿਰ ਮਿਸਟਰ ਮਾਰਕਸ ਕਹਿੰਦੇ ਕਿ ਮੈਂ ਸੋਚਿਆ ਕਿ ਫਲਾਈਟ 10 ਘੰਟੇ ਲੇਟ ਵਾ, ਅਗਰ ਮੈਂ ਟੈਕਸੀ ਵਿੱਚ ਚਲਾ ਜਾਵਾਂ ਅਤੇ ਮੈਨੂੰ 6 ਘੰਟੇ ਲੱਗਦੇ ਆ, ਇਸ ਕਰਕੇ ਇਹ 4 ਘੰਟੇ ਦਾ ਬਚਾਅ ਬੜਾ ਆਸਾਨੀ ਨਾਲ ਹੋ ਸਕਦਾ ਹੈਗਾ। ਤਾਂ ਫਿਰ ਕਹਿੰਦੇ ਮੈਂ ਏਅਰਪੋਰਟ ਅਧਿਕਾਰੀ ਨੇ ਕਿਹਾ ਕਿ ਇਸ ਤਰ੍ਹਾਂ ਕਰੋ, ਤੁਸੀਂ ਮੈਨੂੰ ਇੱਕ ਟੈਕਸੀ ਰੈਂਟ 'ਤੇ ਦੇ ਦਿਓ, ਅਤੇ ਉਸ ਡਰਾਈਵਰ ਨੂੰ ਆਖਦੇ ਕਿ ਮੈਨੂੰ ਹੈ ਨਾ ਉਸ ਜਗ੍ਹਾ ਟਾਈਮ ਨਾ ਪਹੁੰਚਾ ਦੇਵੇ। ਜਦ ਇੰਨੀ ਗੱਲ ਹੋਈ ਤਾਂ ਫਿਰ ਕਹਿੰਦੇ ਏਅਰਪੋਰਟ ਦੇ ਅਧਿਕਾਰੀਆਂ ਨੂੰ ਦੱਸਿਆ ਸੀਗਾ ਕਿ ਆਪ ਨੂੰ ਟੈਕਸੀ ਤਾਂ ਰੈਂਟ 'ਤੇ ਮਿਲ ਸਕਦੀ, ਪਰ ਸਾਡੇ ਪਾਸ ਜਿਹੜੇ ਹਾਲਾਤ ਇਸ ਤਰ੍ਹਾਂ ਦੇ ਆ ਕਿ ਸਾਡੇ ਪਾਸ ਡਰਾਈਵਰ ਵੀ ਕੋਈ ਨਹੀਂ ਆ, ਇਸ ਕਰਕੇ ਅਗਰ ਤੁਸੀਂ ਜਾਣਾ ਤਾਂ ਤੁਹਾਨੂੰ ਆਪ ਟੈਕਸੀ ਦੀ ਡਰਾਈਵਿੰਗ ਕਰਨੀ ਪਊਗੀ।
ਫਿਰ ਮਿਸਟਰ ਮਾਰਸ਼ ਕਹਿੰਦੇ ਕਿ ਮੈਂ ਸੋਚਿਆ ਵੀ ਚਲੋ ਮਰਦਾ ਕੀ ਨਾ ਕਰਦਾ, ਅਤੇ ਖੈਰ ਕਹਿੰਦੇ ਮੈਂ ਉਹਨਾਂ ਕਿਹਾ ਇਸ ਤਰ੍ਹਾਂ ਕਰੋ, ਤੁਸੀਂ ਮੈਨੂੰ ਟੈਕਸੀ ਰੈਂਟ 'ਤੇ ਦੇ ਦਿਓ ਅਤੇ ਮੈਂ ਟੈਕਸੀ ਲੈ ਕੇ ਉਸ ਸਥਾਨ 'ਤੇ ਪਹੁੰਚ ਸਕਾਂ। ਫਿਰ ਮਿਸਟਰ ਮਾਰਕਸ ਨੇ ਉਸ ਏਅਰਪੋਰਟ ਤੋਂ ਟੈਕਸੀ ਜਿਹੜੀ ਲਈ ਸੀ ਉਹਦੀ ਡਰਾਈਵਿੰਗ ਆਪ ਕਰਨੀ ਸ਼ੁਰੂ ਕੀਤੀ। ਕਹਿੰਦੇ ਮੈਂ ਉਸ ਸਮਾਰੋਹ ਸਥਾਨ ਵੱਲ ਚੱਲ ਪਿਆ। ਜਿਉਂ ਹੀ ਕਹਿੰਦੇ ਚੱਲਿਆ, ਮੈਂ ਕੀ ਦੇਖਿਆ, ਰਸਤੇ ਦੇ ਵਿੱਚ ਜਿਹੜਾ ਮੌਸਮ ਸੀਗਾ ਬਹੁਤ ਜ਼ਿਆਦਾ ਖ਼ਰਾਬ ਹੋ ਗਿਆ, ਇੰਨਾ ਜ਼ਿਆਦਾ ਖ਼ਰਾਬ ਹੋਇਆ ਕਿ ਮੀਂਹ ਹਨੇਰੀ ਝੱਖੜ ਆ ਗਿਆ। ਅਤੇ ਇਸ ਮੀਂਹ ਹਨੇਰੀ ਝੱਖੜ ਦੇ ਜ਼ੋਰ ਕਾਰਨ ਮਿਸਟਰ ਮਾਰਕਸ ਕਹਿੰਦੇ ਕਿ ਮੈਂ ਜਿਹੜਾ ਸਹੀ ਰਸਤਾ ਸੀਗਾ ਉਸ ਰਸਤੇ ਤੋਂ ਭਟਕ ਕੇ ਕਹਿੰਦੇ ਫਿਰ ਦੂਸਰੇ ਰਸਤੇ ਵਿੱਚ ਆਪਣੀ ਟੈਕਸੀ ਪਾ ਲਈ। ਜਦ ਕਹਿੰਦੇ ਮੇਰੀ ਟੈਕਸੀ ਦੂਸਰੇ ਰਸਤੇ 'ਤੇ ਚੱਲ ਗਈ, ਅਤੇ ਕਈ ਕਿਲੋਮੀਟਰ ਜਦੋਂ ਮੈਂ ਅੱਗੇ ਗਿਆ ਅਤੇ ਥੋੜ੍ਹਾ ਜਿਹਾ ਕਹਿੰਦੇ ਤੂਫਾਨ ਥੰਮਿਆ, ਅਤੇ ਫਿਰ ਮੇਰੇ ਮਨ 'ਚ ਆਇਆ ਕਿ ਮੈਂ ਗਲਤ ਜਗ੍ਹਾ ਪਹੁੰਚ ਗਿਆ ਹੈਗਾ ਅਤੇ ਰਸਤੇ ਤੋਂ ਭਟਕ ਗਿਆ ਹੈਗਾ। ਜਿਸ ਰਸਤੇ ਮੈਂ ਜਾਣਾ ਸੀਗਾ ਉਸ ਰਸਤੇ ਦਾ ਮੈਨੂੰ ਗਿਆਨ ਹੀ ਰਿਹਾ, ਕਿਉਂਕਿ ਮੀਂਹ ਹਨੇਰੀ ਝੱਖੜ ਇੰਨਾ ਜ਼ਿਆਦਾ ਸੀਗਾ। ਫਿਰ ਮਿਸਟਰ ਮਾਰਸ਼ ਕਹਿੰਦੇ ਕਿ ਮੈਂ ਜਦ ਰਸਤਾ ਭਟ ਗਿਆ ਸੀ ਉਸ ਟਾਈਮ ਮੇਰੀ ਹਾਲਤ ਬੜੀ ਪਤਲੀ ਹੋ ਗਈ ਸੀ, ਕਿਉਂਕਿ 6 ਘੰਟੇ ਦਾ ਸਫ਼ਰ ਸੀਗਾ, ਹੁਣ 6 ਘੰਟੇ ਤੋਂ ਜ਼ਿਆਦਾ ਸਫ਼ਰ ਹੋ ਗਿਆ ਸੀਗਾ। ਉਸ ਤੋਂ ਬਾਅਦ ਫਿਰ ਕਹਿੰਦੇ ਵੀ ਮੇਰੇ ਮਨ ਵਿੱਚ ਆਇਆ ਵੀ ਹੁਣ ਮੈਂ ਕੀ ਕਰਾਂ। ਜਦ ਕਹਿੰਦੇ ਵੀ ਮੈਂ ਆਪਣੇ ਆਪ 'ਤੇ ਨਿਗਾਹ ਮਾਰੀ, ਕੀ ਦੇਖਿਆ, ਮੈਨੂੰ ਭੁੱਖ ਪਿਆਸ ਤੇ ਬਹੁਤ ਲੱਗੀ ਹੋਈ ਸੀ ਅਤੇ ਮੇਰਾ ਜਿਹੜਾ ਸਰੀਰ ਸੀ ਉਹ ਪੂਰੀ ਤਰ੍ਹਾਂ ਘਬਰਾਹਟ ਵਿੱਚ ਸੀਗਾ। ਫਿਰ ਕਹਿੰਦੇ ਮੈਂ ਸੋਚਿਆ ਵੀ ਚਲੋ ਅਗਰ ਕਿਸੇ ਦਾ ਘਰ ਇੱਥੇ ਨਜ਼ਰ ਆਉਂਦਾ ਤਾਂ ਮੈਂ ਥੋੜ੍ਹਾ ਬਹੁਤਾ ਸਹਾਰਾ ਲੈ ਕੇ ਆਰਾਮ ਕਰਕੇ ਫਿਰ ਚੱਲਦਾ ਹਾਂ, ਪਰ ਦੂਰ ਤੱਕ ਕਹਿੰਦੇ ਕੋਈ ਘਰ ਮੈਨੂੰ ਦਿਖਾਈ ਨਹੀਂ ਦਿੱਤਾ। ਅਖੀਰ ਕਹਿੰਦੇ ਕੋਸ਼ਿਸ਼ ਕਰਦੇ ਇੱਕ ਘਰ ਮੈਨੂੰ ਨਜ਼ਰ ਆਇਆ। ਉਹ ਘਰ ਜਿਹੜਾ ਸੀ ਬੜਾ ਛੋਟਾ ਸੀਗਾ, ਪਰ ਉਸ ਘਰ ਦੇ ਅੰਦਰ ਕਹਿੰਦੇ ਲਾਈਟ ਚੱਲਦੀ ਸੀਗੀ। ਜਦ ਕਹਿੰਦੇ ਲਾਈਟ ਚੱਲਦੀ ਸੀਗੀ ਅਤੇ ਮਿਸਟਰ ਮਾਰਸ਼ ਕਹਿੰਦੇ ਮੈਂ ਉਸ ਘਰ ਦੇ ਅੱਗੇ ਨਾਲ ਕਹਿੰਦੇ ਗੇਟ 'ਤੇ ਗੱਡੀ ਖੜ੍ਹੀ ਕਰਤੀ। ਗੱਡੀ ਖੜ੍ਹੀ ਕਰਕੇ ਕਹਿੰਦੇ ਮੈਂ ਗੱਡੀ ਤੋਂ ਹੇਠਾਂ ਉਤਰ ਕੇ ਜਦ ਉਸ ਘਰ ਦਾ ਮੇਨ ਦਰਵਾਜ਼ਾ ਨੌਕ ਕੀਤਾ, ਕਹਿੰਦੇ ਅੰਦਰੋਂ ਇੱਕ ਔਰਤ ਦੀ ਆਵਾਜ਼ ਆਈ ਵੀ ਜੋ ਵੀ ਆ ਅੰਦਰ ਆ ਜਾਓ। ਕਹਿੰਦੇ ਜਦੋਂ ਆਵਾਜ਼ ਆਈ ਤਾਂ ਮਿਸਟਰ ਮਾਰਸ਼ ਕਹਿੰਦੇ ਜਿਉਂ ਹੀ ਮੈਂ ਘਰ ਦੇ ਅੰਦਰ ਦਾਖਲ ਹੋਇਆ, ਮੈਂ ਕੀ ਦੇਖਿਆ, ਇੱਕ ਅੱਧ-ਖੜ ਉਮਰ ਦੀ ਔਰਤ ਜਿਹੜੀ ਉਹ ਘਰ ਦੇ ਵਿੱਚ ਬੈਠੀ ਹੋਈ ਆ। ਜਦ ਬੈਠੀ ਹੋਈ ਆ ਤਾਂ ਕਹਿੰਦੇ ਮੈਂ ਉਸ ਨੂੰ ਜਾ ਕੇ ਨਮਸਕਾਰ ਕੀਤੀ। ਉਸ ਤੋਂ ਬਾਅਦ ਕਹਿੰਦੇ ਉਸ ਔਰਤ ਨੇ ਪੁੱਛਿਆ ਵੀ ਤੁਸੀਂ ਕੌਣ ਆ, ਕਿੱਥੋਂ ਆਏ ਆ। ਫਿਰ ਕਹਿੰਦੇ ਮਿਸਟਰ ਮਾਰਸ਼ ਕਹਿੰਦੇ ਕਿ ਮੈਂ ਉਸ ਔਰਤ ਨੂੰ ਦੱਸਿਆ ਕਿ ਮੈਂ ਰਸਤਾ ਭੁੱਲ ਗਿਆ ਹੈਗਾ, ਮੈਂ ਕਿਸੇ ਹੋਰ ਜਾਣਾ ਸੀਗਾ, ਪਰ ਦੂਰ ਤੱਕ ਮੈਨੂੰ ਕੋਈ ਘਰ ਦਿਖਾਈ ਨਹੀਂ ਦਿੱਤਾ। ਆਪ ਜੀ ਦਾ ਘਰ ਦੇਖਿਆ ਹੈਗਾ ਅਤੇ ਮੈਂ ਚਾਹੁੰਦਾ ਹੈਗਾ ਕਿ ਅਗਰ ਕੁਛ ਪਲ ਮੈਨੂੰ ਆਪ ਜੀ ਦੇ ਘਰ ਥੋੜ੍ਹਾ ਸਹਾਰਾ ਮਿਲ ਜਾਵੇ ਅਤੇ ਮੈਨੂੰ ਭੁੱਖ ਅਤੇ ਪਿਆਸ ਜ਼ਿਆਦਾ ਲੱਗੀ ਆ ਅਤੇ ਫਿਰ ਮੈਂ ਆਪਣੇ ਰਸਤੇ 'ਤੇ ਜਾ ਸਕਦਾ ਹੈਗਾ। ਜਦੋਂ ਕਹਿੰਦੇ ਮੈਂ ਆਪਣਾ ਥੋੜ੍ਹਾ ਜਿਹਾ ਇਹ ਵੇਰਵਾ ਉਸ ਔਰਤ ਨੂੰ ਦਿੱਤਾ ਅਤੇ ਕਹਿੰਦੇ ਉਸ ਔਰਤ ਨੇ ਵੀ ਚਿਹਰਾ ਦੇਖ ਕੇ ਮੇਰੇ ਤੋਂ ਕਹਿੰਦੇ ਇਹ ਅੰਦਾਜ਼ਾ ਲਾ ਲਿਆ ਕਿ ਇਹ ਜਿਹੜਾ ਸ਼ਖਸ ਹੈਗਾ ਕਾਫੀ ਭੁੱਖਾ ਪਿਆਸਾ ਹੈਗਾ। ਕਹਿੰਦੇ ਉਸਨੇ ਮੈਨੂੰ ਬੜੇ ਪ੍ਰੇਮ ਦੇ ਨਾਲ ਇੱਕ ਮੰਜੇ ਦੇ ਉੱਤੇ ਬਿਠਾ ਲਿਆ। ਫਿਰ ਕਹਿੰਦੇ ਉਸੇ ਹੀ ਔਰਤ ਨੇ ਫਿਰ ਚਾਹ ਪਾਣੀ ਬਣਾਇਆ, ਕੁਛ ਬਿਸਕੁਟ ਬ੍ਰੈਡ ਕਹਿੰਦੇ ਮੈਨੂੰ ਚਾਹ ਦੇ ਨਾਲ ਖਾਣ ਨੂੰ ਦਿੱਤੇ। ਜਦ ਕਹਿੰਦੇ ਚਾਹ ਤੋਂ ਬਾਅਦ ਜਦ ਮੈਂ ਬਿਸਕੁਟ ਅਤੇ ਬ੍ਰੈਡ ਖਾਧਾ, ਉਸ ਤੋਂ ਬਾਅਦ ਮਿਸਟਰ ਮਾਰਸ਼ ਕਹਿੰਦੇ ਕਿ ਮੈਨੂੰ ਕੁਛ ਆਪਣੇ ਆਪ 'ਚ ਕਾਫੀ ਸਕੂਨ ਨਜ਼ਰ ਆਇਆ। ਜਦ ਸਕੂਨ ਨਜ਼ਰ ਆਇਆ ਤਾਂ ਫਿਰ ਕਹਿੰਦੇ ਉਸੇ ਔਰਤ ਨੇ ਮੈਨੂੰ ਕਿਹਾ ਹੈਗਾ ਕਿ ਮੇਰਾ ਅਰਦਾਸ ਕਰਨ ਦਾ ਟਾਈਮ ਆ ਗਿਆ ਹੈਗਾ ਅਤੇ ਕੀ ਤੁਸੀਂ ਮੇਰੇ ਨਾਲ ਅਰਦਾਸ ਵਿੱਚ ਸ਼ਾਮਲ ਹੋਵੋਗੇ। ਜਦ ਇੰਨੀ ਗੱਲ ਕਹਿੰਦੇ ਉਸ ਔਰਤ ਨੇ ਮੈਨੂੰ ਆਖੀ ਅਤੇ ਮਿਸਟਰ ਮਾਰਸ਼ ਕਹਿੰਦੇ ਕਿ ਮੈਂ ਮਨ 'ਚ ਸੋਚਿਆ ਕਿ ਇਹ ਤਾਂ ਉਹੀ ਦੁਨੀਆ ਦੇ ਲੋਕੀ ਆ ਜਿਹੜੇ ਭਜਨ ਸਿਮਰਨ ਦੇ ਵਿੱਚ ਆਪਣਾ ਸਮਾਂ ਬਰਬਾਦ ਕਰਦੇ ਆ। ਪਰ ਕਹਿੰਦੇ ਕਿ ਮੈਂ ਉਸ ਟਾਈਮ ਕੋਈ ਲੈਕਚਰ ਦੇਣ ਤੋਂ ਆਪਣੇ ਆਪ ਨੂੰ ਸੰਕੋਚ ਕਰਦੇ ਕਿਹਾ ਕਿ ਮੈਂ ਇਸ ਤਰ੍ਹਾਂ ਆਪ ਦੇ ਨਾਲ ਇਸ ਤਰ੍ਹਾਂ ਦੀ ਕੋਈ ਅਰਦਾਸ ਵਿੱਚ ਕੋਈ ਸ਼ਾਮਲ ਨਹੀਂ ਹੋ ਸਕਦਾ, ਇਸ ਕਰਕੇ ਤੁਸੀਂ ਆਪ ਹੀ ਅਰਦਾਸ ਕਰ ਲਓ, ਤਦ ਤੱਕ ਮੈਂ ਕੁਛ ਟਾਈਮ ਆਰਾਮ ਕਰ ਲੈਂਦਾ ਹੈ। ਫਿਰ ਮਿਸਟਰ ਮਾਰਸ਼ ਕਹਿੰਦੇ ਕਿ ਮੈਂ ਆਰਾਮਦਾਇਕ ਤਰੀਕੇ ਦੇ ਨਾਲ ਜਦ ਕਹਿੰਦੇ ਕੁਰਸੀ 'ਤੇ ਢੋ ਲਾ ਕੇ ਬੈਠ ਗਿਆ, ਮੈਂ ਕੀ ਦੇਖਿਆ, ਉਸੇ ਹੀ ਔਰਤ ਦੇ ਦੂਸਰੇ ਮੰਜੇ 'ਤੇ ਇੱਕ ਛੋਟੀ ਜਿਹੀ ਬੱਚੀ ਜਿਹੜੀ ਸੀ ਉਹ ਲੰਮੀ ਪਈ ਹੋਈ ਸੀ। ਉਸੇ ਕਹਿੰਦੇ ਵੀ ਔਰਤ ਨੇ ਉਹ ਜਿਹੜਾ ਬੱਚੀ ਸੀ ਕਹਿੰਦੇ ਉਹ ਚੱਕ ਕੇ ਕਹਿੰਦੇ ਇੱਕ ਕੈਂਡਲ ਜਗਾ ਕੇ ਉਹਦੇ ਅੱਗੇ ਕਹਿੰਦੇ ਬਹੁਤ ਹੀ ਜ਼ਿਆਦਾ ਨਿਮਰਤਾ ਭਾਵਨਾ ਖੜ੍ਹ ਕੇ ਕਹਿੰਦੇ ਉਹਨੇ ਪ੍ਰੇਅਰ ਕੀਤੀ। ਜਦ ਅਰਦਾਸ ਕੀਤੀ, ਪ੍ਰੇਅਰ ਕਰਨ ਤੋਂ ਬਾਅਦ ਕਹਿੰਦੇ ਮਿਸਟਰ ਮਾਰਸ਼ ਕਹਿੰਦੇ ਕਿ ਮੈਂ ਕੀ ਮਹਿਸੂਸ ਕੀਤਾ ਕਿ ਉਹ ਅਰਦਾਸ ਕਰਦੀ ਔਰਤ ਜਿਹੜੀ ਸੀ ਬੜੀ ਭਾਵੁਕ ਹੋ ਗਈ ਅਤੇ ਉਹ ਸਿਸਕੀਆਂ ਲੈਂਦੀ ਕਹਿੰਦੇ ਰੋਣ ਲੱਗ ਪਈ। ਜਦ ਰੋਣ ਲੱਗ ਪਈ ਤਾਂ ਮਿਸਟਰ ਮਾਰਸ਼ ਕਹਿੰਦੇ ਕਿ ਇਹ ਸਾਰੀ ਘਟਨਾਕ੍ਰਮ ਨੂੰ ਮੈਂ ਦੇਖ ਰਿਹਾ ਸੀ। ਮੈਂ ਸੋਚਿਆ ਕਿ ਲੱਗਦਾ ਇਹ ਜਿਹੜੀ ਔਰਤ ਹੈਗੀ ਬਹੁਤ ਦੁਖੀ ਆ। ਪਰ ਕਹਿੰਦੇ ਜਦੋਂ ਉਹ ਆਪਣੀ ਅਰਦਾਸ ਬੇਨਤੀ ਸਮਾਪਤ ਕਰਕੇ ਹਟੀ ਤਾਂ ਮਿਸਟਰ ਮਾਰਸ਼ ਕਹਿੰਦੇ ਮੈਂ ਉਸ ਔਰਤ ਨੂੰ ਪੁੱਛ ਲਿਆ ਕਿ ਇਹ ਦੱਸੋ ਕਿ ਤੁਹਾਨੂੰ ਕੀ ਤਕਲੀਫ ਹੈ, ਤੁਸੀਂ ਇਸ ਤਰ੍ਹਾਂ ਕਿਉਂ ਰੋਂਦੇ ਆ। ਜਦ ਇੰਨੀ ਗੱਲ ਹੋਈ ਤਾਂ ਔਰਤ ਕਹਿਣ ਲੱਗੀ ਕਿ ਵਾਕਿਆ ਹੀ ਮੈਂ ਕਾਫੀ ਤਕਲੀਫ 'ਚ ਹਾਂ। ਅਤੇ ਫਿਰ ਕਹਿੰਦੇ ਉਸ ਔਰਤ ਨੇ ਜੋ ਘਟਨਾ ਮਿਸਟਰ ਮਾਰਸ਼ ਕਹਿੰਦੇ ਮੇਰੇ ਨਾਲ ਬਿਆਨ ਕੀਤੀ, ਜਿਸ ਨੂੰ ਸੁਣ ਕੇ ਮੈਂ ਦੰਗ ਰਹਿ ਗਿਆ ਸੀ। ਸੋ ਜਿਹੜੀ ਘਟਨਾ ਉਸ ਔਰਤ ਨੇ ਸੁਣਾਈ ਆ ਉਹਦੇ ਵਿੱਚ ਉਸ ਔਰਤ ਨੇ ਮਿਸਟਰ ਮਾਰਕਸ ਨੂੰ ਇਹ ਦੱਸਿਆ ਸੀਗਾ ਕਿ ਮੈਂ ਇਸ ਘਰ ਦੇ ਵਿੱਚ ਇਕੱਲੀ ਰਹਿੰਦੀ ਹਾਂ ਅਤੇ ਮੇਰੀ ਇੱਕ ਛੋਟੀ ਜਿਹੀ ਬੱਚੀ ਆ, ਇਹੋ ਹੀ ਬੱਚੀ ਮੇਰੀ ਜ਼ਿੰਦਗੀ ਆ। ਦੂਸਰੀ ਗੱਲ ਇਹ ਆ ਕਿ ਮੈਂ ਬਹੁਤ ਗਰੀਬ ਹੈਗੀ ਹਾਂ ਅਤੇ ਇਸ ਗਰੀਬੀ ਦੇ ਕਾਰਨ
ਕਹਿੰਦੇ ਮੈਂ ਰੋਜ਼ 2-3 ਟਾਈਮ ਪਰਮੇਸ਼ਰ ਦੇ ਅੱਗੇ ਆਪਣੇ ਕੈਂਡਲ ਜਗਾ ਕੇ ਰੋਜ਼ ਪ੍ਰੇਅਰ ਕਰਦੀ ਹਾਂ। ਇਹ ਪ੍ਰੇਅਰ ਦਾ ਕਾਰਨ ਇਹ ਆ ਕਿ ਜਿਹੜੀ ਮੇਰੀ ਬੱਚੀ ਹੈਗੀ ਆ, ਇਸ ਨੂੰ ਬਲੱਡ ਕੈਂਸਰ ਹੈਗਾ। ਸੋ ਇਹ ਜਿਹੜਾ ਬਲੱਡ ਕੈਂਸਰ ਆ, ਮੈਂ ਸੁਣਿਆ ਹੈਗਾ ਕਿ ਇਹਦਾ ਇਲਾਜ ਮੈਂ ਕਿਤੇ ਨਹੀਂ ਕਰ ਸਕਦੀ, ਅਤੇ ਇਹਦਾ ਇਲਾਜ ਕਰਨ ਦਾ ਇੱਕ ਕਹਿੰਦੇ ਮੈਂ ਵੱਡਾ ਡਾਕਟਰ ਸੁਣਿਆ ਜਿਹਦਾ ਨਾਮ ਮਿਸਟਰ ਮਾਰਕਸ ਹੈਗਾ। ਇਹ ਜਿਹੜਾ ਮਿਸਟਰ ਮਾਰਕਸ ਹੈ ਉਹੀ ਇਹਦਾ ਇਲਾਜ ਕਰ ਸਕਦਾ, ਦੂਸਰਾ ਡਾਕਟਰ ਇਹਦਾ ਇਲਾਜ ਨਹੀਂ ਕਰ ਸਕਦਾ। ਪਰ ਮਿਸਟਰ ਮਾਰਕਸ ਮੈਂ ਸੁਣਿਆ ਹੈਗਾ ਕਿ ਬਹੁਤ ਹੀ ਮਹਿੰਗਾ ਡਾਕਟਰ ਹੈਗਾ। ਉਹ ਕੇਵਲ ਅਤੇ ਕੇਵਲ ਜਿਹੜੇ ਧਨੀ ਆਦਮੀ ਆ, ਉਹਨਾਂ ਧਨੀ ਆਦਮੀਆਂ ਦਾ ਹੀ ਇਲਾਜ ਕਰਦਾ ਹੈਗਾ। ਪਰ ਮੈਂ ਰੋਜ਼ ਰੱਬ ਦੇ ਅੱਗੇ ਅਰਦਾਸ ਕਰਦੀ ਹਾਂ ਕਿ ਮੇਰੇ ਪਾਸ ਪੈਸਾ ਨਹੀਂ ਆ, ਅਗਰ ਮੇਰੇ ਪਾਸ ਪੈਸਾ ਹੋਵੇ ਤਾਂ ਮੈਂ ਮਿਸਟਰ ਮਾਰਕਸ ਦੇ ਪਾਸ ਆਪਣੀ ਬੱਚੀ ਲੈ ਕੇ ਜਾ ਸਕਦੀ ਹਾਂ, ਪਰ ਮੇਰੇ ਪਾਸ ਪੈਸਾ ਨਹੀਂ, ਮੈਂ ਗਰੀਬ ਜ਼ਿਆਦਾ ਹੈਗੀ ਹਾਂ। ਅਤੇ ਮੈਂ ਰੋਜ਼ ਇਹ ਬੇਨਤੀ ਕਰਦੀ ਹਾਂ ਕਿ ਅਗਰ ਮੈਂ ਪੈਸੇ ਦੀ ਵਜ੍ਹਾ ਕਾਰਨ ਮਿਸਟਰ ਮਾਰਕਸ ਦੇ ਕੋਲ ਨਹੀਂ ਜਾ ਸਕਦੀ ਤਾਂ ਘੱਟੋ ਘੱਟ ਤੂੰ ਤਾਂ ਮਿਸਟਰ ਮਾਰਕਸ ਨੂੰ ਮੇਰੇ ਘਰ ਭੇਜ ਸਕਦਾ ਹੈਗਾ, ਅਤੇ ਤਾਂ ਜੋ ਮੇਰੀ ਬੱਚੀ ਦਾ ਇਲਾਜ ਉਹ ਆਪਣੀ ਡਾਕਟਰ ਵਿੱਦਿਆ ਦੇ ਅਨੁਸਾਰ ਕਰ ਸਕੇ। ਜਦ ਇਹ ਘਟਨਾ ਮਿਸਟਰ ਮਾਰਕਸ ਕਹਿੰਦੇ ਉਸੇ ਹੀ ਔਰਤ ਨੇ ਮੇਰੇ ਅੱਗੇ ਕੀਤੀ, ਤਾਂ ਮਿਸਟਰ ਮਾਰਕਸ ਕਹਿੰਦੇ ਕਿ ਮੇਰਾ ਜਿਹੜਾ ਨਾਸਤਿਕ ਦਾ ਜੀਵਨ ਸੀਗਾ ਯਕਦਮ ਮੈਨੂੰ ਭੁੱਲ ਗਿਆ, ਮੇਰੇ ਅੱਖਾਂ ਦੇ ਵਿੱਚੋਂ ਅਥਰੂ ਛਲਕ ਪਏ, ਤਾਂ ਮੈਂ ਦੰਗ ਰਹਿ ਗਿਆ। ਔਰ ਮੈਨੂੰ ਸਾਰੀ ਜਿਹੜੀ ਮੇਰੇ ਨਾਲ ਘਟਨਾਕ੍ਰਮ ਵਾਪਰਿਆ ਸੀ, ਮੈਂ ਹੈਰਾਨ ਰਹਿ ਗਿਆ। ਅਤੇ ਫਿਰ ਕਹਿੰਦੇ ਮੈਂ ਉਸੇ ਔਰਤ ਨੂੰ ਦੱਸਿਆ ਕਿ ਜੇ ਸਦਕ ਦੇ ਨਾਲ ਤੁਸੀਂ ਰੋਜ਼ ਉਸ ਰੱਬ ਦੇ ਅੱਗੇ ਅਰਦਾਸਾਂ ਕਰਦੇ ਆ ਕਿ ਮਿਸਟਰ ਮਾਰਕਸ ਦੇ ਕੋਲ ਮੈਂ ਜਾ ਨਹੀਂ ਸਕਦੀ, ਤੁਸੀਂ ਮਿਸਟਰ ਮਾਰਕਸ ਨੂੰ ਮੇਰੇ ਘਰ ਭੇਜ ਦਿਓ। ਤਾਂ ਮਿਸਟਰ ਮਾਰਕ ਕਹਿਣ ਲੱਗੇ ਕਿ ਮੈਂ ਉਸੇ ਔਰਤ ਨੂੰ ਦੱਸਿਆ ਕਿ ਮੈਂ ਉਹ ਹੀ ਪ੍ਰਸਿੱਧ ਡਾਕਟਰ ਸਪੈਸ਼ਲਿਸਟ ਹੈਗਾ ਜਿਹਦਾ ਨਾਂ ਹੀ ਮਿਸਟਰ ਮਾਰਕ ਹੈ। ਤਾਂ ਅੱਜ ਮਿਸਟਰ ਮਾਰਕ ਤੇਰੇ ਰੱਬ ਦੀਆਂ ਕੀਤੀਆਂ ਅਰਦਾਸਾਂ ਦੇ ਸਦਕੇ ਅੱਜ ਤੇਰੇ ਘਰ ਦੇ ਵਿੱਚ ਆਪ ਖੁਦ ਆ ਗਿਆ ਹੈਗਾ। ਜਦ ਕਹਿੰਦੇ ਇਹ ਗੱਲ ਹੋਈ ਸੀ, ਉਹ ਔਰਤ ਨੂੰ ਜਦ ਕਹਿੰਦੇ ਮੇਰੇ ਵੱਲ ਤੱਕਿਆ, ਉਹ ਵੀ ਬੜੀ ਦੰਗ ਰਹਿ ਗਈ। ਤਾਂ ਫਿਰ ਕਹਿੰਦੇ ਮਿਸਟਰ ਮਾਰਕਸ ਕਹਿੰਦੇ ਕਿ ਮੈਂ ਉਸਨੂੰ ਸਾਰਾ ਇੱਕ ਘਟਨਾਕ੍ਰਮ ਦੱਸਿਆ ਸੀਗਾ ਕਿ ਕਿਵੇਂ ਇੱਕ ਬੜਾ ਪ੍ਰਸਿੱਧ ਡਾਕਟਰੀ ਸਮਾਰੋਹ ਹੋਣਾ ਸੀਗਾ, ਉਹਦੇ ਵਿੱਚ ਮੈਨੂੰ ਇੱਕ ਵੱਡਾ ਇਨਾਮ ਇਸ ਸਰਕਾਰ ਨੇ ਦੇਣਾ ਸੀਗਾ, ਪਰ ਮੈਂ ਫਲੈਟ ਪਕੜੀ, ਦੂਜੀ ਫਲੈਟ ਦੇ ਵਿੱਚ ਕਿਵੇਂ ਤੇਰੇ ਹੀ ਰੱਬ ਨੇ ਦੂਸਰੀ ਫਲੈਟ ਨੂੰ 10 ਘੰਟੇ ਲੇਟ ਕਰ ਦਿੱਤਾ, ਕਿਵੇਂ ਮੇਰੇ ਅੰਦਰ ਟੈਕਸੀ ਦੇ ਵਿੱਚ ਜਾਣ ਦਾ ਵਿਚਾਰ ਆਇਆ ਪਰ ਤੇਰੇ ਰੱਬ ਨੇ ਮੈਨੂੰ ਡਰਾਈਵਰ ਨਹੀਂ ਦਿੱਤਾ, ਮੈਂ ਆਪ ਖੁਦ ਟੈਕਸੀ ਲੈ ਕੇ ਚੱਲਿਆ। ਉਸ ਤੋਂ ਬਾਅਦ ਤੇਰੇ ਹੀ ਪਰਮੇਸ਼ਰ ਨੇ ਕਿਵੇਂ ਮੀਂਹ ਹਨੇਰੀ ਝੱਖੜਾਂ ਦੇ ਵਿੱਚ ਮੈਨੂੰ ਲਿਜਾ ਕੇ ਇਸ ਪਾਸੇ ਲੈ ਆਂਦਾ ਜਿੱਥੇ ਤੁਹਾਡਾ ਘਰ ਹੈ, ਅਤੇ ਅੱਜ ਇਸ ਘਟਨਾ ਚੱਕਰ ਕਰਕੇ ਮੈਂ ਤੇਰੇ ਘਰ ਦੇ ਅੰਦਰ ਦਾਖਲ ਹੋ ਕੇ ਤੇਰੇ ਹੀ ਅੱਗੇ ਖੜਾ ਹੈਗਾ। ਜਦ ਇਹ ਸਾਰਾ ਘਟਨਾ ਚੱਕਰ ਮਿਸਟਰ ਮਾਰਕ ਨੇ ਉਸ ਬੀਬੀ ਦੇ ਨਾਲ ਸਾਂਝਾ ਕੀਤਾ ਸੀਗਾ, ਉਹ ਬੀਬੀ ਦੇ ਅੱਖਾਂ ਦੇ ਵਿੱਚ ਵੀ ਅਥਰੂ ਭਰ ਆਏ ਸੀ, ਅਤੇ ਉਹ ਪਰਮੇਸ਼ਰ ਦਾ ਸ਼ੁਕਰੀਆ ਕਰ ਕਰਕੇ ਆਪਣੇ ਆਪ ਦੇ ਵਿੱਚ ਬੜੀ ਭਾਵੁਕ ਹੋ ਰਹੀ ਸੀ। ਅਤੇ ਫਿਰ ਉਸ ਬੀਬੀ ਨੇ ਮਿਸਟਰ ਮਾਰਕ ਨੂੰ ਆਖਿਆ ਕਿ ਤੁਸੀਂ ਮੈਨੂੰ ਇਹ ਦੱਸੋ ਕਿ ਇਹ ਜਿਹੜੀ ਮੇਰੀ ਬੱਚੀ ਹੈ ਕੈਂਸਰ ਦੇ ਨਾਲ ਪੀੜਿਤ ਹੈ, ਇਸ ਦੇ ਉੱਤੇ ਕਿੰਨਾ ਖਰਚਾ ਆਊਗਾ। ਤਾਂ ਫਿਰ ਮਿਸਟਰ ਮਾਰਕਸ ਕਹਿਣ ਲੱਗੇ, ਕਹਿੰਦੇ ਮੈਂ ਉਹਨੂੰ ਆਖਿਆ ਕਿ ਜਿਹੜਾ ਪਰਮਾਤਮਾ ਉਹ ਜਹਾਜ਼ ਨੂੰ ਲੇਟ ਕਰ ਸਕਦਾ ਹੈਗਾ, ਟੈਕਸੀ ਦੇ ਵਿੱਚ ਡਰਾਈਵਰ ਦੀ ਗੈਰ ਹਾਜ਼ਰੀ ਕਰਕੇ ਟੈਕਸੀ ਮੈਨੂੰ ਹੱਥੀਂ ਚਲਾਉਣ ਵਾਸਤੇ ਮਜਬੂਰ ਕਰ ਸਕਦਾ ਹੈਗਾ, ਜਿਹੜਾ ਰਸਤੇ ਮੀਂਹ ਹਨੇਰੀ ਝੱਖੜ ਦੇ ਨਾਲ ਮੇਰੇ ਰਸਤੇ ਦਾ ਟਰਨ ਦੂਸਰੇ ਪਾਸੇ ਕਰ ਸਕਦਾ, ਮੈਨੂੰ ਤੇਰੇ ਘਰ ਭੇਜ ਸਕਦਾ ਹੈਗਾ। ਅਤੇ ਇਹੋ ਜਿਹੇ ਰੱਬ ਦੇ ਭਗਤਾਂ ਦੇ ਪਿਆਰਿਆਂ ਤੋਂ ਮੈਂ ਪੈਸੇ ਲੈ ਕੇ ਉਹਦਾ ਇਲਾਜ ਕਰਾਂ, ਫਿਰ ਤਾਂ ਕਹਿੰਦੇ ਮੇਰੇ ਅੰਦਰ ਲਾਹਨਤ ਹੈਗੀ ਆ। ਫਿਰ ਮਿਸਟਰ ਮਾਰਕਸ ਕਹਿੰਦੇ ਕਿ ਮੈਂ ਉਸਨੂੰ ਧਰਵਾਸ ਦਿੱਤਾ ਕਿ ਮੈਂ ਹੁਣੇ ਹੀ ਤੇਰੀ ਬੱਚੀ ਦਾ ਇਲਾਜ ਕਰਨਾ ਸ਼ੁਰੂ ਕਰਦਾ ਹਾਂ, ਅਤੇ ਮੈਂ ਤੈਨੂੰ ਯਕੀਨ ਦਿਵਾਉਂਦਾ ਹਾਂ ਕਿ ਥੋੜ੍ਹੇ ਦਿਨਾਂ ਦੇ ਵਿੱਚ ਤੇਰੀ ਬੱਚੀ ਦੁਬਾਰਾ 9/9 ਹੋ ਜਾਊਗੀ। ਫਿਰ ਮਿਸਟਰ ਮਾਰਕਸ ਕਹਿੰਦੇ ਕਿ ਮੈਂ ਉਸ ਔਰਤ ਨੂੰ ਦੱਸਿਆ ਸੀਗਾ ਕਿ ਮੈਂ ਇੱਕ ਪੈਸਾ ਨਹੀਂ ਲਊਂਗਾ। ਹਾਂ, ਪਹਿਲਾਂ ਮੇਰੀ ਜਿਹੜੀ ਜ਼ਿੰਦਗੀ ਹੋਰ ਸੀ, ਇਹ ਗੱਲ ਸੱਚ ਹੈਗੀ ਹੈ ਕਿ ਮੈਂ ਧਨਾਢ ਬੰਦਿਆਂ ਦੇ ਹੀ ਕੈਂਸਰ ਦਾ ਇਲਾਜ ਕਰਦਾ ਸੀਗਾ, ਅਤੇ ਉਹਨਾਂ ਦੇ ਪੈਸੇ ਤੋਂ ਭਾਰੀ ਰਕਮ ਇਸ ਇਲਾਜ ਦੇ ਕਰਕੇ ਵਸੂਲ ਕਰਦਾ ਹੁੰਦਾ ਸੀ। ਪਰ ਅੱਜ ਤੋਂ ਬਾਅਦ ਮੈਨੂੰ ਇਸ ਗੱਲ ਦੀ ਸਮਝ ਆ ਗਈ ਕਿ ਜਿਹੜੀ ਵਿੱਦਿਆ ਉਸ ਪਰਮੇਸ਼ਰ ਨੇ ਮੈਨੂੰ ਦਿੱਤੀ ਹੈਗੀ ਆ, ਇਹ ਵਿੱਦਿਆ ਨੂੰ ਹੁਣ ਮੈਂ ਕਿਸੇ ਲਾਲਚ ਲੋਭ ਦੇ ਵਿੱਚ ਵੇਚਣਾ ਨਹੀਂ ਆ, ਅਤੇ ਇਹਦੇ ਨਾਲ ਮੈਂ ਹੁਣ ਗਰੀਬਾਂ ਦਾ ਅਤੇ ਉਹਨਾਂ ਬੱਚਿਆਂ ਦਾ ਇਲਾਜ ਸਦਾ ਫ੍ਰੀ ਕਰੂੰਗਾ ਜਿਹੜੇ ਰੱਬ ਦੇ ਭਰੋਸੇ ਮੈਨੂੰ ਯਾਦ ਕਰਦੇ ਆ, ਅਤੇ ਉਹਨਾਂ ਦਾ ਜਿਹੜਾ ਜੀਵਨ ਹੈਗਾ ਰੱਬ ਦੇ ਭਰੋਸੇ ਸਦਾ ਚੜ੍ਹਦੀਆਂ ਕਲਾਂ ਵਿੱਚ ਰੱਖਣ ਦਾ ਯਤਨ ਕਰੂੰਗਾ। ਉਸ ਤੋਂ ਬਾਅਦ ਮਿਸਟਰ ਮਾਰਕਸ ਆਖਦੇ ਸੀਗੇ ਕਿ ਇਸ ਤੋਂ ਬਾਅਦ ਮੇਰੀ ਜ਼ਿੰਦਗੀ ਜਿਹੜੀ ਸੀ ਉਹ ਯਕਦਮ ਪਲਟ ਗਈ। ਜਿਹੜੇ ਮੈਂ ਵਿਚਾਰ ਵੱਡੇ ਵੱਡੇ ਡਾਕਟਰਾਂ ਜਾਂ ਸੁਭਾਵਾਂ ਵਿੱਚ ਨਾਸਤਿਕ ਟਾਈਪ ਦੇ ਲੋਕਾਂ ਨੂੰ ਦਿੰਦਾ ਹੁੰਦਾ ਸੀਗਾ, ਅੱਜ ਕਹਿੰਦੇ ਮੈਂ ਉਹੀ ਵਿਚਾਰ ਦੁਨੀਆ ਦੇ ਵਿੱਚ ਆਸਤਿਕਤਾ ਦੇ ਆਧਾਰ ਦੇ ਆ ਕੇ ਪੂਰੇ ਵਰਲਡ ਨੂੰ ਇਹ ਸੁਨੇਹਾ ਦਿੰਦਾ ਹੈਗਾ
ਕਿ ਜੋ ਸੰਸਾਰ ਦੇ ਵਿੱਚ ਦਿਸਦਾ ਹੈ ਅਸਲ ਦੇ ਵਿੱਚ ਉਹ ਨਹੀਂ ਹੈ, ਜਿਹੜੀ ਚੀਜ਼ ਨਹੀਂ ਦਿਸਦੀ ਅਸਲ ਦੇ ਵਿੱਚ ਉਹ ਆ। ਸੋ ਕਹਿਣ ਤੋਂ ਭਾਵ ਇਹ ਕਿ ਵਾਹਿਗੁਰੂ ਚਾਹੇ ਦਿਸਦਾ ਨਹੀਂ ਆ, ਪਰ ਅਸਲ ਦੇ ਵਿੱਚ ਉਹ ਸ਼ਕਤੀ ਪੂਰੇ ਕਣ ਕਣ ਵਿੱਚ ਮੌਜੂਦ ਹੈਗੀ ਆ, ਜਿਹਦਾ ਰੂਪ ਨਾ ਰੇਖ ਨਾ ਰੰਗ ਹੈਗਾ। ਉਹੀ ਸ਼ਕਤੀ ਆਪਣੇ ਹੁਕਮ ਦੇ ਵਿੱਚ, ਆਪਣੀ ਨਜ਼ਰ ਦੇ ਵਿੱਚ ਪੂਰੇ ਬ੍ਰਹਿਮੰਡ ਨੂੰ ਚਲਾਉਂਦੀ ਆ, ਅਤੇ ਉਹੀ ਹੀ ਸ਼ਕਤੀ ਸਾਰੇ ਜੀਵਾਂ ਦੇ ਉੱਤੇ ਦਇਆ ਕਰਦੀ ਆ, ਅਤੇ ਉਹੀ ਹੀ ਸ਼ਕਤੀ ਹਰੇਕ ਘਟਨਾ ਕਰਮ ਨੂੰ ਜਨਮ ਦਿੰਦੀ ਹੈ। ਸੋ ਉਸ ਤੋਂ ਬਾਅਦ ਫਿਰ ਮਿਸਟਰ ਮਾਰਸ਼ ਕਹਿਣ ਲੱਗੇ ਸੀ ਕਿ ਮੈਂ ਇਹ ਜਿਹੜਾ ਨਾਸਤਿਕਤਾ ਦਾ ਖਿਆਲ ਸੀ ਇਹ ਸਦਾ ਵਾਸਤੇ ਤਿਆਗ ਦਿੱਤਾ। ਅੱਜ ਕਹਿੰਦੇ ਮੈਂ ਪੂਰੀ ਤਰ੍ਹਾਂ ਉਸ ਪਰਮੇਸ਼ਰ ਨੂੰ ਪੂਰੇ ਕਣ ਕਣ ਜਰੇ ਜਰੇ ਦੇ ਵਿੱਚ ਬੈਠਾ ਕਹਿੰਦੇ ਮੈਂ ਤੱਕ ਰਿਹਾ, ਮੈਂ ਮਹਿਸੂਸ ਕਰ ਰਿਹਾ ਹੈ ਕਿ ਕਿਵੇਂ ਇਹ ਸ਼ਕਤੀ ਜਿਹੜੀ ਆ ਇਹ ਕੁੱਲ ਬ੍ਰਹਿਮੰਡ ਨੂੰ ਚਲਾਉਂਦੀ ਆ ਅਤੇ ਜੀਵਾਂ ਦੇ ਉੱਤੇ ਦਇਆ ਕਰਦੀ ਆ, ਅਤੇ ਇਹਨਾਂ ਜੀਵਾਂ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਵਿੱਚ ਰੱਖਣ ਵਾਸਤੇ ਸਦਾ ਹੀ ਯਤਨਸ਼ੀਲ ਰਹਿੰਦੀ ਆ। ਸੋ ਇਹ ਘਟਨਾ ਜਿਹੜੀ ਸੀ ਮਿਸਟਰ ਮਾਰਕ ਨੇ ਪੂਰੇ ਸੰਸਾਰ ਦੇ ਵਿੱਚ ਪੂਰੀ ਦੁਨੀਆ ਨੂੰ ਇਸ ਘਟਨਾ ਚੱਕਰ ਦੇ ਰਾਹੀਂ ਦੱਸਣ ਦਾ ਯਤਨ ਕੀਤਾ ਹੈ। ਸੋ ਦੱਸ ਇੰਨੇ ਹੀ ਬਚਨ ਕਰਦਾ ਹੋਇਆ ਖਿਮਾ ਦਾ ਜਾਚਕ ਜੀ, ਹੋਈਆਂ ਬੇਅੰਤ ਭੁੱਲਾਂ ਚੁੱਕਣ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।